ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਏ। ਧੰਨਵਾਦ ਜੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਤੁਹਾਡੀ ਜੀ। ਦੋਸਤੋ, 3 ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਪਰ ਖੇਤੀ ਅੱਗੇ ਜਿਹੜੀ ਦਰਪੇਸ਼ ਚੁਣੌਤੀਆਂ ਨੇ ਉਹ ਮੂੰਹ ਉੱਡੀ ਖੜੀਆਂ ਨੇ। ਭਾਵੇਂ ਕਰਜ਼ੇ ਦੀ ਸਮੱਸਿਆ ਹੋਗੀ, ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣਾ ਹੋ ਗਿਆ, ਉਸ ਤੋਂ ਇਲਾਵਾ ਜੋ ਕਾਰਪੋਰੇਟ ਨੀਤੀਆਂ ਨੇ ਲਗਾਤਾਰ ਉਹਨਾਂ ਦਾ ਗਲਬਾ ਕਿਸਾਨੀ ਉੱਤੇ ਭਾਰੂ ਹੈ। ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਦਵਿੰਦਰ ਸ਼ਰਮਾ ਜੋ ਖੇਤੀ ਅਰਥ ਸ਼ਾਸਤਰੀ ਨੇ, ਉਹਨਾਂ ਵੱਲੋਂ ਇੱਕ ਆਰਟੀਕਲ ਪਬਲਿਸ਼ ਕੀਤਾ ਗਿਆ। ਸਮੇਂ-ਸਮੇਂ ਤੇ ਉਹ ਖੇਤੀ ਦੀ ਚੁਣੌਤੀਆਂ ਬਾਰੇ ਲਿਖਦੇ ਰਹਿੰਦੇ ਨੇ। ਗਲੋਬਲ ਪੱਧਰ ਉੱਤੇ ਜੋ ਚੁਣੌਤੀਆਂ ਨੇ ਖੇਤੀ ਨੂੰ, ਸਾਰੀਆਂ ਉਹਨਾਂ ਨੇ, ਭਾਵੇਂ ਅਮਰੀਕਾ ਦੇ ਵਿੱਚ ਖੇਤੀ ਨੂੰ ਚੁਣੌਤੀਆਂ ਹੋਣ, ਸਾਰੀਆਂ ਉਹਨਾਂ ਨੇ ਇੱਕ ਮਾਲਾ ਦੇ ਵਿੱਚ ਪਰੋ ਦਿੱਤੀਆਂ। ਤੇ ਉਸ ਆਰਟੀਕਲ ਦਾ ਇੱਕ ਐਂਗਲ ਇਹ ਵੀ ਹੈ ਕਿ ਪੰਜਾਬ ਦੀ ਖੇਤੀ ਜਾਂ ਹਰਿਆਣਾ ਦੀ ਕਿਸਾਨੀ, ਜਾਂ ਤੁਸੀਂ ਕਹਿ ਲਓ ਕਿ ਪੂਰੇ ਭਾਰਤ ਦੀ ਖੇਤੀ ਤੇ ਅਮਰੀਕਾ ਦੀ ਜੋ ਕਾਰਪੋਰੇਟ ਨੀਤੀਆਂ ਨੇ ਉਹਨਾਂ ਦਾ ਅਸਰ ਪੈਣਾ ਸ਼ੁਰੂ ਹੋ ਗਿਆ। ਲਗਾਤਾਰ ਉਹ ਇਹ ਗੱਲ ਕਹਿੰਦੇ ਨੇ। ਭਾਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਕੇਂਦਰ ਸਰਕਾਰ ਇੱਕ ਹੋਰ ਫੈਸਲਾ ਲੈ ਲੇ, ਡੇਅਰੀ ਫਾਰਮਿੰਗ ਦਾ ਉਹ ਬਿੱਲ ਲੈ ਆਵੇ। ਇਹ ਵੀ ਲਗਾਤਾਰ ਪਿੱਛੇ ਜੇ ਕਿਸਾਨ ਆਗੂਆਂ ਨੇ ਵੀ ਇਹ ਚਿੰਤਾ ਪ੍ਰਗਟਾਈ ਸੀ ਕਿ ਹੋ ਸਕਦਾ ਬੀਜੇਪੀ ਸਰਕਾਰ ਦੇ ਖਿਲਾਫ ਸਾਨੂੰ ਇੱਕ ਅੰਦੋਲਨ ਹੋਰ ਕਰਨਾ ਪਵੇ ਡੇਅਰੀ ਫਾਰਮਿੰਗ ਬਿੱਲ ਉੱਤੇ। ਦਵਿੰਦਰ ਸ਼ਰਮਾ ਦਾ ਜੋ ਆਰਟੀਕਲ ਸੀ ਉਸ ਉੱਤੇ ਚਰਚਾ ਕਰਾਂਗੇ। ਧਾਲੀਵਾਲ ਸਾਹਿਬ ਤੋਂ ਸਮਝਾਂਗੇ ਸੌਖੇ ਤੇ ਸਰਲ ਭਾਸ਼ਾ ਦੇ ਵਿੱਚ। ਧਾਲੀਵਾਲ ਸਾਹਿਬ, ਦਵਿੰਦਰ ਸ਼ਰਮਾ ਜੀ ਨੇ ਲਗਾਤਾਰ ਲਿਖਦੇ ਰਹਿੰਦੇ ਨੇ ਉਹ ਜੀ ਤੇ ਸੋਸ਼ਲ ਮੀਡੀਆ ਤੇ ਵੀ ਉਹ ਐਕਟਿਵ ਨੇ, ਲਿਖਦੇ ਰਹਿੰਦੇ ਨੇ। ਜੋ ਹੁਣ ਉਹਨਾਂ ਨੇ ਆਰਟੀਕਲ ਲਿਖਿਆ, ਅਮਰੀਕਾ ਦੀ ਤਰਜ਼ ਤੇ ਇੱਕ ਚੁਣੌਤੀ ਪੰਜਾਬ ਦੀ, ਭਾਰਤ ਦੀ, ਹਰਿਆਣਾ ਦੀ ਕਿਸਾਨੀ ਅੱਗੇ ਖੜੀ ਹੈ। ਭਾਵੇਂ ਡੇਅਰੀ ਫਾਰਮਿੰਗ ਉੱਤੇ ਹੋ ਗਿਆ, ਕਾਰਪੋਰੇਟ ਨੀਤੀਆਂ ਕਰਕੇ ਹੋ ਗਿਆ, ਕਿਉਂਕਿ ਜੋ ਮੋਨੋਪੋਲੀ ਚਾਹੁੰਦੀ ਹੈ ਕਾਰਪੋਰੇਟ ਜਮਾਤ ਖੇਤੀ ਸੈਕਟਰ ਉੱਤੇ, ਉਸ ਉੱਤੇ ਉਹਨਾਂ ਨੇ ਬਾਖੂਬੀ ਲਿਖਿਆ। ਤੁਸੀਂ ਕਿਵੇਂ ਸਮਝਦੇ ਹੋ ਸਾਰੇ ਇਸ ਵਰਤਾਰੇ ਨੂੰ? ਉਹਨਾਂ ਨੇ ਇਹ ਆਰਟੀਕਲ ਪੰਜਾਬੀ ਟ੍ਰਿਬਿਊਨ 'ਚ ਇਸ ਲਈ ਛਪਿਆ ਕਿ ਆਮ ਕਿਸਾਨ ਤੱਕ, ਜਿਹੜਾ ਸਾਡਾ ਪੰਜਾਬੀ ਤੇ ਪੇਂਡੂ ਕਿਸਾਨ ਹੈ, ਉਹਨਾਂ ਤੱਕ ਉਹਨਾਂ ਦੀ ਗੱਲ ਪਹੁੰਚੇ। ਅਦਰਵਾਈਜ਼ ਉਹਨਾਂ ਨੇ ਆਪਣੀ ਖੋਜ ਜਾਂ ਖੋਜ ਪੇਪਰਾਂ, ਨਿਬੰਧਾਂ, ਲੇਖਾਂ ਰਾਹੀਂ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਬਿਲਡ ਕੀਤੀ ਹੈ ਕਿ ਜੇਕਰ ਕਿਸਾਨੀ ਨੂੰ ਨਾ ਬਚਾਇਆ ਗਿਆ, ਵਿਸ਼ੇਸ਼ ਤੌਰ 'ਤੇ ਹਿੰਦੁਸਤਾਨ ਦੇ ਵਿੱਚ, ਤਾਂ ਇਸ ਦੇ ਆਰਥਿਕਤਾ ਉੱਪਰ ਬਹੁਤ ਹੀ ਜਿਹੜੇ ਆਪਾਂ ਕਹਿੰਦੇ ਹਾਂ ਕਿ ਪ੍ਰਭਾਵ ਪਾਊ ਅਸਰ ਰਹਿਣਗੇ, ਜਿਹੜੇ ਆਰਥਿਕਤਾ ਨੂੰ ਡੂੰਘੀ ਸੱਟ ਮਾਰ ਸਕਦੇ ਹੈ। ਇੱਕ ਜ਼ਮਾਨਾ ਸੀ ਜਦੋਂ ਕਮਿਊਨਿਜ਼ਮ ਦੀ ਗੱਲ ਚੱਲੀ, ਕਮਿਊਨਿਜ਼ਮ ਨੇ ਸਮਾਜਵਾਦ 'ਤੇ ਜ਼ੋਰ ਦਿੱਤਾ ਤੇ ਫਿਰ ਪੂਰੀ ਦੁਨੀਆ ਦੇ ਵਿੱਚ ਸਮਾਜਵਾਦ ਨੂੰ ਨਕਾਰ ਕੇ ਦੁਬਾਰਾ ਅਸੀਂ ਪ੍ਰਾਈਵੇਟਾਈਜੇਸ਼ਨ ਜਿਹਨੂੰ ਕਹਿੰਦੇ ਹਾਂ, ਜਾਂ ਨਿੱਜੀ ਕੰਪਨੀਆਂ ਵੱਲ ਨੂੰ ਝੁਕਾਓ ਹੋਇਆ। ਦੋਨੇ ਚੀਜ਼ਾਂ, ਕੁਛ ਚੀਜ਼ਾਂ ਉਸ ਦੀਆਂ ਚੰਗੀਆਂ, ਕੁਛ ਚੀਜ਼ਾਂ ਉਸ ਦੀਆਂ ਚੰਗੀਆਂ। ਇੰਡੀਆ ਦੀ ਜਿਹੜੀ ਇਕੋਨਮੀ ਸੀ ਉਹ ਮਿਕਸ ਇਕੋਨਮੀ ਅਸੀਂ ਕਹਿੰਦੇ ਸੀ। ਇੱਥੇ ਦੋਨੇ ਸਿਧਾਂਤ ਪੈਰਲਲ ਚੱਲਦੇ ਸੀ। ਸਾਡੀ ਦਿੱਕਤ ਇਹੀ ਹੈ, ਜਿਹੜੇ ਸ਼ਰਮਾ ਜੀ ਨੇ, ਦਵਿੰਦਰ ਸ਼ਰਮਾ ਜੀ, ਉਹ ਬਹੁਤ ਹੀ ਅੱਛੇ ਵਿਦਵਾਨ ਨੇ। ਐਕਚੁਅਲੀ ਸਾਡੇ ਜਿਹੜੇ ਅਰਥ ਸ਼ਾਸਤਰੀ ਸੀ, ਪਹਿਲਾਂ ਉਹਨਾਂ ਨੇ ਇਸ ਦੀ ਜਿਹੜੀ ਗਲੋਬਲਾਈਜੇਸ਼ਨ ਦੀ ਨੀਤੀ ਦੇ ਤਹਿਤ ਇਹਨਾਂ ਦੇ ਪ੍ਰਭਾਵ 'ਚ ਆ ਕੇ, ਜਾਂ ਕੁਛ ਆਪਣੇ ਜਾਤੀ ਸਵਾਰਥ ਮੂਹਰੇ ਧਰ ਕੇ ਕਿ ਸ਼ਾਇਦ ਸਰਕਾਰਾਂ ਤੋਂ ਸਾਨੂੰ ਕੁਛ ਮਿਲੂਗਾ, ਜਿਉਂ ਹੀ WTO ਲਾਗੂ ਹੋਇਆ ਕੁਛ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ, ਪਰੰਤੂ ਅਲਟੀਮੇਟਲੀ ਉਹ ਸਾਰੇ ਦਾ ਵਰਤਾਰਾ ਸੀ ਜਿਹੜਾ ਉਹ ਜਿਹੜੇ ਕਾਰਪੋਰੇਟ ਘਰਾਣੇ ਸੀ ਉਹਨਾਂ ਨੂੰ ਫਾਇਦਾ ਕਰਦਾ ਸੀ। ਤੇ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਮੁੱਖ ਰੋਲ ਹੈ ਉਹ ਇਹ ਹੈ ਕਿ ਰਾ ਮਟੀਰੀਅਲ ਹੈ, ਜਿਹੜਾ ਕੱਚਾ ਮਾਲ ਉਤਪਾਦਨ ਜਿਹੜਾ ਕਰਦਾ ਉਹਦੇ ਕੋਲੋਂ ਲੈ ਕੇ ਉਹਦੀਆਂ ਚੀਜ਼ਾਂ ਬਣਾ ਕੇ, ਉਹ ਚੀਜ਼ਾਂ ਜਿਹੜੀਆਂ ਕੰਜ਼ਿਊਮਰ, ਜਿਹੜਾ ਉਪਭੋਗੀ ਹੈ, ਉਹਨੂੰ ਜਾਂ ਕਸਟਮਰ ਨੂੰ ਵੇਚਦੇ ਨੇ। ਇਸ ਦੇ ਵਿੱਚੋਂ ਉਹ ਵੱਡਾ ਮੁਨਾਫਾ ਕਮਾਉਂਦੇ ਨੇ ਜੀ। ਤੇ ਉਹ ਮੁਨਾਫੇ ਦਾ ਹਿੱਸਾ ਜਿਹੜਾ ਜਾਣਾ ਚਾਹੀਦਾ ਹੈ, ਜਿਹਨੂੰ ਆਪਾਂ ਕਹੀਏ ਕਿ ਬਣਦਾ ਹਿੱਸਾ, ਨਾ ਤੇ ਉਹ ਮਜ਼ਦੂਰ ਨੂੰ ਜਾਂਦਾ ਹੈ ਜੀ, ਨਾ ਉਹ ਉਤਪਾਦਕ ਨੂੰ ਜਾਂਦਾ ਹੈ, ਨਾ ਉਹਦਾ ਫਾਇਦਾ ਉਪਭੋਗੀ ਨੂੰ ਮਿਲਦਾ ਹੈ। ਜਾਂ ਤਾਂ ਇਹ ਹੋਵੇ ਨਾ ਕਿ ਆਪਾਂ ਕਹੀਏ ਕਿ ਕਿਸਾਨ ਤੋਂ ਸਸਤਾ ਅਨਾਜ ਖਰੀਦਿਆ ਜਾਵੇ, ਉਹਦੇ ਉੱਤੇ ਖਾਣ ਦੀਆਂ ਵਸਤਾਂ ਬਣਾਈਆਂ ਜਾਣ, ਉਹ ਖਾਣ ਦੀਆਂ ਵਸਤਾਂ ਸਸਤੇ ਰੇਟ ਤੇ ਖਾਣ ਵਾਲੇ ਨੂੰ ਹੀ ਮਿਲ ਜਾਣ। ਇਹ ਵੀ ਨਹੀਂ ਹੈ।
ਮਤਲਬ ਇਹਦੀ ਮਾਰ ਸਾਰੇ ਪਾਸੇ ਕਿਹਨੂੰ ਪਈ? ਉਤਪਾਦਨ ਜਿਹੜਾ ਕਰਦਾ ਹੈ ਉਹਨੂੰ ਵੀ ਮਾਰ ਪੈ ਰਹੀ ਹੈ। ਜਿਹੜਾ ਬੰਦਾ ਉਤਪਾਦਨ ਦੇ ਵਿੱਚ, ਕਾਰਖਾਨਿਆਂ ਦੇ ਵਿੱਚ, ਪ੍ਰੋਸੈਸਿੰਗ ਦੇ ਵਿੱਚ ਸਹਾਈ ਹੁੰਦਾ, ਜਿਹਨੂੰ ਅਸੀਂ ਲੇਬਰ ਕਹਿੰਦੇ ਹਾਂ, ਮਜ਼ਦੂਰ ਕਹਿੰਦੇ ਹਾਂ, ਉਹਨੂੰ ਵੀ ਉਹਦਾ ਬਣਦਾ ਹਿੱਸਾ ਨਹੀਂ ਮਿਲਦਾ। ਉਸ ਤੋਂ ਅੱਗੇ ਜਿਹੜੀ ਚੀਜ਼, ਪ੍ਰੋਡਕਟ ਤਿਆਰ ਹੋ ਗਿਆ, ਉਹ ਕੰਜ਼ਿਊਮਰ ਨੂੰ, ਉਪਭੋਗੀ ਨੂੰ ਮਿਲਦੀ ਹੈ, ਉਪਭੋਗੀ ਨੂੰ ਵੀ ਮਹਿੰਗੀ ਮਿਲ ਰਹੀ ਹੈ। ਇਹਦਾ ਅਰਥ ਕੀ ਹੋਇਆ ਕਿ ਜਿਹੜਾ ਪ੍ਰੋਸੈਸ ਕਰ ਰਿਹਾ ਉਹਨੂੰ, ਉੱਥੇ ਉਹ ਇੰਡਸਟਰੀਅਲਿਸਟ ਜਾਂ ਕਾਰਪੋਰੇਟ ਘਰਾਣੇ ਆ ਜਾਂਦੇ ਨੇ ਕਿ ਉਹ ਚੀਜ਼ ਨੂੰ ਜਿਹੜਾ ਪ੍ਰੋਸੈਸ ਕਰ ਰਿਹਾ ਹੈ ਉਹ ਬਹੁਤ ਵੱਡਾ ਮੁਨਾਫਾ ਕਮਾ ਰਿਹਾ ਹੈ। ਤੇ ਆਪਣੇ ਦਵਿੰਦਰ ਸ਼ਰਮਾ ਜੀ ਨੇ ਬਿਲਕੁਲ ਕਲੀਅਰ ਉਹਦੇ ਅੰਕੜੇ ਦਿੱਤੇ ਨੇ ਕਿ ਉਹ ਜਿਹੜਾ 1930 ਦੇ ਵਿੱਚ ਲਗਭਗ ਜਿੰਨਾ ਮੁਨਾਫਾ ਕਿਸਾਨ ਨੂੰ ਮਿਲ ਰਿਹਾ ਸੀ, ਜਾਂ ਜਿਹੜੀ ਜਿਣਸ ਦੇ ਭਾਅ ਜਿਸ ਹਿਸਾਬ ਨਾਲ ਕਿਸਾਨਾਂ ਨੂੰ ਮਿਲ ਰਹੇ ਸੀ, ਅੱਜ ਵੀ ਲਗਭਗ ਉਹ ਭਾਅ 1930 ਵਾਲੇ ਨੇ। ਇੱਥੇ ਮੇਰਾ ਭਾਵ ਇਹ ਹੈ ਕਿ ਅਨਪੜ੍ਹ ਕਿਸਾਨ ਨੂੰ ਉਹ ਸਮਝ ਨਹੀਂ ਆਉਂਦੀ। ਅਨਪੜ੍ਹ ਕਿਸਾਨ ਵਿਚਾਰਾ ਇਸ 'ਚ ਕਨਫਿਊਜ਼ ਹੋ ਜਾਂਦਾ ਵੀ 1930 ਦੇ ਵਿੱਚ ਤਾਂ ਇੰਨੇ, ਮੰਨ ਲਓ ਉਹ ਕਹਿੰਦਾ ਕਿ 1930 ਵਿੱਚ 50 ਰੁਪਏ ਕੁਇੰਟਲ ਕਣਕ ਸੀ, ਹੁਣ ਉਹ 2000 ਰੁਪਏ ਹੋ ਗਈ। ਉਹ ਭਾਅ ਕਿੱਦਾਂ ਨੇ? ਉਹ ਭਾਅ ਇਸ ਕਰਕੇ ਨੇ ਕਿ ਜਦੋਂ ਆਪਾਂ ਇਨਫਲੇਸ਼ਨ ਦੇਖਦੇ ਹਾਂ ਕਿ ਰੁਪਈਏ ਦਾ ਮੁੱਲ ਕਿੰਨਾ ਗਿਰ ਗਿਆ, ਉਹਦੇ ਹਿਸਾਬ ਨਾਲ ਜਾਂ ਉਨੀ ਕਣਕ ਦਾ ਕਿੰਨਾ ਸਮਾਨ ਆਉਂਦਾ ਹੈ, ਉਹ ਜਦੋਂ ਇਸ ਤਰ੍ਹਾਂ ਐਡਜਸਟ ਕਰਕੇ ਕੰਪੈਰੀਜ਼ਨ ਕਰਦੇ ਨੇ ਤਾਂ ਦਵਿੰਦਰ ਸ਼ਰਮਾ ਜੀ ਬੜਾ ਕਲੀਅਰ ਦੱਸ ਰਹੇ ਨੇ ਕਿ ਕਿਸਾਨਾਂ ਦੇ ਜਿਹੜੀ ਜਿਣਸ ਹੈ, ਜਿਹੜਾ ਉਤਪਾਦਨ ਉਹਨਾਂ ਨੇ ਕੀਤਾ ਹੈ, ਉਹਦੇ ਵਿੱਚ ਉਸ ਕਿਸਮ ਦੇ ਭਾਅ ਨਹੀਂ ਵਧੇ ਜਿਹੜੇ ਵਧਣੇ ਚਾਹੀਦੇ ਸੀ। ਜਾਂ ਮੁਕਾਬਲਤਨ ਜਿੰਨਾ ਸੀਮਿੰਟ ਦਾ ਰੇਟ ਵੱਧ ਗਿਆ, ਜਿੰਨਾ ਸੋਨੇ ਦਾ ਰੇਟ ਵੱਧ ਗਿਆ, ਜਿੰਨਾ ਹੋਰ ਚੀਜ਼ਾਂ ਦਾ ਰੇਟ ਵੱਧ ਗਿਆ, ਉਸ ਕਿਸਮ ਨਾਲ ਕਿਸਾਨਾਂ ਦੀ ਜਿਣਸ ਦਾ ਭਾਅ ਨਹੀਂ ਵਧਿਆ। ਤੇ ਇਸ ਦੇ ਨਾਲ ਹੀ ਜਿਹੜੇ ਕਿਸਾਨਾਂ ਦੇ ਸਹਿ ਧੰਦੇ ਨੇ, ਜਿਨ੍ਹਾਂ ਦੇ ਵਿੱਚ ਮੇਜਰ ਦੋ ਚੀਜ਼ਾਂ ਆਉਂਦੀਆਂ ਨੇ, ਜਾਂ ਤਾਂ ਕਿਸਾਨ ਪਸ਼ੂ ਪਾਲਦਾ ਹੈ, ਠੀਕ ਹੈ ਕਿ ਨਹੀਂ, ਜਾਂ ਕਿਸਾਨ ਪਸ਼ੂਆਂ ਦੇ ਨਾਲ ਨਾਲ ਪਸ਼ੂਆਂ ਤੋਂ ਪੈਦਾ ਹੋਏ ਪ੍ਰੋਡਕਟ ਵੇਚਦਾ ਹੈ। ਉਹ ਤੁਸੀਂ ਕਹਿ ਸਕਦੇ ਹੋ ਮਾਸ ਹੋ ਸਕਦਾ ਹੈ, ਉਹ ਦੁੱਧ ਹੋ ਸਕਦਾ ਹੈ। ਇਹ ਦੋਨੇ ਚੀਜ਼ਾਂ ਨੂੰ ਬਾਖੂਬੀ ਉਹਨਾਂ ਨੇ ਆਪਣੇ ਇਸ ਆਰਟੀਕਲ 'ਚ ਪਹਿਲਾਂ ਵੀ ਉਹਨਾਂ ਨੇ ਹਾਈਲਾਈਟ ਕੀਤਾ ਕਿ ਇਹ ਦੋਨੇ ਧੰਦੇ ਵੀ ਇਸ ਤਰ੍ਹਾਂ ਦੇ ਨੇ ਕਿ ਇਹਨਾਂ ਦੇ ਵਿੱਚ ਫਿਰ ਉਤਪਾਦਕ ਨੂੰ ਕੁਝ ਨਹੀਂ ਮਿਲ ਰਿਹਾ। ਉਹ ਜਿਹੜਾ ਸਾਰਾ ਮੁਨਾਫਾ ਹੈ ਉਹ ਜਿਹੜੇ ਉਹਨੂੰ ਪ੍ਰੋਸੈਸ ਕਰ ਰਹੇ ਨੇ ਉਹਨਾਂ ਨੂੰ ਮਿਲ ਰਿਹਾ ਹੈ। ਹੁਣ ਕੀ ਹੈ ਕਿ ਦੁੱਧ ਦੇ ਵਿੱਚ ਸਾਡੇ ਕੀ ਹੈ, ਜਿਹੜੇ ਡਿਵੈਲਪਡ ਕੰਟਰੀਜ਼ ਨੇ ਉੱਥੇ ਦੁੱਧ ਪਹਿਲਾਂ ਉਹਨਾਂ ਤੇ ਕੰਪਲਸ਼ਨ ਹੈ ਕਿ ਉਹ ਦੁੱਧ ਨੂੰ ਸੰਬੰਧਿਤ ਏਜੰਸੀਆਂ ਨੂੰ ਵੇਚਣਗੇ, ਫਿਰ ਦੁੱਧ ਸਟੈਂਡਰਡਾਈਜ਼ ਕਰਕੇ ਉਹਦੀ ਫੈਟ ਵਗੈਰਾ ਫਿਕਸ ਕਰਕੇ ਉਸ ਭਾਅ ਤੇ ਉਹ ਵਾਪਸ ਆਪਦੇ ਪੀਣ ਲਈ ਵੀ ਉੱਥੋਂ ਹੀ ਖਰੀਦੇਗਾ। ਸਾਡੇ ਵੀ ਕੋਈ ਏਦਾਂ ਦਾ ਕਾਨੂੰਨ ਆ ਸਕਦਾ ਹੈ। ਇਹ ਕਾਨੂੰਨ ਜਦੋਂ ਆ ਜਾਏਗਾ, ਇਹ ਕਾਨੂੰਨ ਇਹਨਾਂ 'ਚ ਵੀ ਪਹਿਲਾਂ ਰੌਲਾ ਪਿਆ ਸੀ, ਮਤਲਬ ਜਿਵੇਂ ਸ਼ਰਮਾ ਜੀ ਨੇ ਪਹਿਲਾਂ ਹਾਈਲਾਈਟ ਕੀਤਾ ਸੀ ਕਿ ਆਉਣ ਵਾਲੇ ਸਮੇਂ 'ਚ ਕਿਸਾਨ ਆਪਣੀ ਸਰੋਂ ਦਾ ਤੇਲ ਕਢਾ ਕੇ ਨਹੀਂ ਵੇਚ ਸਕੇਗਾ। ਕਿਸਾਨ ਆਪਣੀ ਕਣਕ ਦਾ, ਹੁਣ ਵੀ ਇਦਾਂ ਦੀਆਂ ਪਾਬੰਦੀਆਂ ਨੇ ਕਿ ਕਿਸਾਨ ਆਪਣੀ ਕਣਕ ਦਾ ਆਟਾ ਬਣਾ ਕੇ ਨਹੀਂ ਵੇਚ ਸਕਦਾ। ਜੇਕਰ ਵੇਚੇਗਾ ਤਾਂ ਇਲੀਗਲ ਹੈ ਉਹ, ਮਤਲਬ ਕਿਉਂਕਿ MSP ਦੇ ਵਿੱਚ ਤੁਹਾਡੇ ਤੇ ਇੱਕ ਸੀਮਾ ਲੱਗੀ ਹੋਈ ਹੈ, ਉਦੋਂ ਵੱਧ ਅਨਾਜ ਤੁਸੀਂ ਆਪਣੇ ਘਰੇ ਰੱਖ ਹੀ ਨਹੀਂ ਸਕਦੇ, ਬਿਲਕੁਲ, ਜਿੱਥੇ ਵੀ MSP ਅਪਲਾਈ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਨੇ ਬਾਖੂਬੀ ਇਸ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਆਮ ਬੰਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਬੰਦੇ ਨੂੰ ਇਹ ਸਮਝ ਆਵੇ ਕਿ ਇਹ ਧੰਦਾ ਕੀ ਹੈ। ਜਿਹੜੇ ਵਿਕਸਿਤ ਕੰਟਰੀ ਨੇ, ਜਿਵੇਂ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਹਾਂ, ਜਿੱਥੇ ਕਿਸਾਨੀ 1% ਹੈ, ਸਾਡੇ ਤਾਂ ਕਿਸਾਨੀ 'ਚ 60% ਦੇ ਲੋਕ ਇਨਵੋਲਵ ਨੇ, ਚਾਹੇ ਉਹ ਸਿੱਧੇ ਰੂਪ 'ਚ ਹੋਣ ਜਾਂ ਮਜ਼ਦੂਰੀ ਦੇ ਹਿਸਾਬ ਕਿਤਾਬ ਨਾਲ ਹੋਣ ਜਾਂ ਇੰਪਲਾਇਮੈਂਟ ਦੇ ਬੇਸ ਤੇ ਹੋਣ। ਸੋ ਸਾਡੇ ਵਰਗੇ ਮੁਲਕ 'ਚ ਇਸ ਨੂੰ ਹੋਰ ਵੀ ਬਹੁਤ ਵੱਡੀ ਮਾਰ ਪੈਣੀ ਹੈ। ਤੇ ਕਾਰਪੋਰੇਟ ਘਰਾਣਿਆਂ ਨੇ ਨਵੇਂ ਸਿਸਟਮ 'ਚ ਕੀ ਕੀਤਾ ਨਾ, ਉਹਨਾਂ ਨੇ ਇੱਕ ਗ੍ਰਿਪ ਆਪਦਾ ਕਿਸਾਨਾਂ ਤੇ ਹੋਰ ਬਣਾ ਲਿਆ। ਕਿਸਾਨਾਂ ਨੂੰ ਹਾਲੇ ਤੱਕ ਕਿਸਾਨਾਂ ਨੂੰ ਸਿਰਫ ਜ਼ਮੀਨ ਦਾ ਡਰ ਹੈ, ਉਹਦਾ ਗ੍ਰਿਪ ਇਹ ਬਣ ਗਿਆ ਪੱਕਾ ਕਿ ਕਿਸਾਨਾਂ ਤੋਂ ਕਾਰਪੋਰੇਟ ਘਰਾਣਿਆਂ ਨੇ ਜਿਹੜਾ ਬੀਜ ਉਤਪਾਦਨ ਦਾ ਕੰਮ ਖੋਹ ਲਿਆ ਪਹਿਲਾਂ ਹੀ। ਹੁਣ ਅਸੀਂ ਜਿਹੜੀ ਵੀ ਫਸਲ ਬੀਜਦੇ ਹਾਂ ਉਹਦਾ ਬੀਜ ਅਸੀਂ ਬਾਹਰੋਂ ਖਰੀਦਦੇ ਹਾਂ। ਜੇ ਅਸੀਂ ਆਪਣੀ ਫਸਲ ਦਾ ਬੀਜ ਰੱਖ ਲਈਏ ਸਾਇੰਟੀਫਿਕਲੀ, ਸਾਇੰਸ ਮੁਤਾਬਕ ਉਹ ਇਹੋ ਜਿਹਾ ਕੁਛ ਬਣ ਗਿਆ, ਉਹਦੀ ਉਤਪਾਦਨ ਦਰ ਹੈ ਜਿਹੜੀ ਉਹ ਗਿਰ ਜੂਗੀ, ਉਨੀ ਫਸਲ ਪੈਦਾ ਨਹੀਂ ਹੋਊਗੀ। ਸੋ ਉਹਦੇ ਉੱਤੇ ਬੀਜ ਤੇ ਉਹਨਾਂ ਦੀ ਪਕੜ ਹੋ ਗਈ ਕਾਰਪੋਰੇਟ ਘਰਾਣਿਆਂ ਦੀ, ਪੈਸਟੀਸਾਈਡ ਤੇ ਉਹਨਾਂ ਦੀ ਪਕੜ ਹੋ ਗਈ, ਫਰਟੀਲਾਈਜ਼ਰ ਤੇ ਉਹਨਾਂ ਦੀ ਪਕੜ ਹੋ ਗਈ। ਤੇ ਹੁਣ ਰਹਿੰਦੇ ਖੂੰਦੇ ਇਹਨਾਂ ਕਾਨੂੰਨਾਂ ਦੇ ਵਿੱਚ ਉਹਨਾਂ ਦੀ ਸਾਰੀ ਮਾਰਕੀਟਿੰਗ ਫੋਰਸਸ ਤੇ
ਉਹਨਾਂ ਦੀ ਪਕੜ ਹੋ ਜਾਣੀ ਸੀ, ਜਿਸ ਨਾਲ ਕਿਸਾਨ ਜਿਹੜੇ ਬਿਲਕੁਲ ਹੀ ਬਰਬਾਦ ਹੋ ਜਾਣੇ ਸੀ। ਹਾਲ ਦੀ ਘੜੀ ਭਾਵੇਂ ਇਹ ਕਾਨੂੰਨ ਰੁਕ ਗਏ, ਇਹ ਗੱਲ ਦਵਿੰਦਰ ਸ਼ਰਮਾ ਜੀ ਦੀ ਸਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੇਲ ਵਾਲੀਆਂ ਫਸਲਾਂ ਨੇ, ਹਾਲੇ ਤਾਂ ਅਨਾਜ ਦੀ ਗੱਲ ਕਰਦੇ ਆ ਨਾ, ਤੇਲ ਵਾਲੀਆਂ ਫਸਲਾਂ ਤੇ ਇਸ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਇਹ ਲੇਖ ਵੀ ਪਹਿਲਾਂ ਆਏ ਨੇ, ਭਾਵੇਂ ਅੱਜ ਇਸ ਲੇਖ 'ਚ ਇਹਦਾ ਵਰਣਨ ਨਹੀਂ ਹੈ, ਇਹ ਵੀ ਹੋਏਗਾ ਕਿ ਤੇਲ ਵਾਲੀਆਂ ਫਸਲਾਂ ਤੇ ਇਦਾਂ ਦੇ ਨਿਯਮ ਆਉਣਗੇ ਕਿ ਕਿਸਾਨ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ। ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਛੋਟੀਆਂ ਮਸ਼ੀਨਾਂ, ਕੋਲੂ ਜਿਹੜੇ ਤੇਲ ਕੱਢਣ ਵਾਲੇ ਆਪਾਂ ਕਹਿੰਦੇ ਆ, ਇਹ ਸਾਰੀਆਂ ਬੰਦ ਹੋ ਜਾਣਗੀਆਂ। ਜਿਵੇਂ ਛੋਟੇ-ਮੋਟੇ ਚਾਵਲ ਕੱਢਣ ਲਈਆਂ ਮਸ਼ੀਨਾਂ, ਇਹ ਬੰਦ ਹੋ ਜਾਣਗੀਆਂ। ਇਹ ਸਾਰਾ ਬਿਜ਼ਨਸ ਕਾਰਪੋਰੇਟ ਘਰਾਣਿਆਂ ਦੇ ਥੱਲੇ ਆ ਜਾਏਗਾ। ਤੇ ਜਿਹੜੇ ਇਨਸਿਲਰੀ ਯੂਨਿਟ ਅਸੀਂ ਕਹਿੰਦੇ ਆ ਕਿ ਛੋਟੇ ਯੂਨਿਟ ਨੇ, ਉਹ ਉਹਨਾਂ ਦੀ ਆਗਿਆ ਨਾਲ ਚੱਲਣਗੇ। ਉਹ ਛੋਟੇ ਯੂਨਿਟ ਚਲਾਉਣ ਲਈ ਵੀ ਉਹਨਾਂ ਨੂੰ ਕੁਛ ਨਾ ਕੁਛ ਲਾਇਸੈਂਸ ਵਾਂਗੂ ਲੈਣ ਲਈ ਉਹਨਾਂ ਨੂੰ ਕੁਛ ਨਾ ਕੁਛ ਦੇਣਾ ਪਊਗਾ। ਜੇ ਮੈਂ ਉਦਾਹਰਨ ਦੇ ਤੌਰ ਤੇ ਮੋਟੇ ਰੂਪ 'ਚ ਕਰਾਂ ਕਿ ਪੰਜਾਬ ਦੇ ਵਿੱਚ ਜਦੋਂ ਪੌਂਟੀ ਚੱਡਾ ਨੇ ਸਾਰੇ ਸ਼ਰਾਬ ਦੇ ਧੰਦੇ ਲੈ ਲਏ, ਤਾਂ ਉਦੋਂ ਜਿਹੜੇ ਛੋਟੇ ਠੇਕੇਦਾਰ ਸੀ ਉਹ ਸਿੱਧਾ ਸਰਕਾਰ ਨਾਲ ਤਾਲਮੇਲ ਨਹੀਂ ਰਿਹਾ, ਉਹਨਾਂ ਦਾ ਉਹ ਵੱਡੇ ਵਪਾਰੀ ਨਾਲ ਤਾਲਮੇਲ ਰਹਿ ਗਿਆ ਕਿ ਉਹ ਠੇਕੇ ਲੈ ਸਕਦੇ ਨੇ ਕਿ ਨਹੀਂ। ਸੋ ਇਸ ਕਿਸਮ ਨਾਲ ਇਹ ਵਰਤਾਰਾ ਇਸ ਤਰ੍ਹਾਂ ਦਾ ਵਾਪਰਨ ਦਾ ਡਰ ਹੈ, ਔਰ ਇਹ ਸੰਭਾਵਨਾ ਹੈ ਇਹ ਖੇਤੀ ਬਿੱਲਾਂ ਕਰਕੇ ਰੁਕ ਗਿਆ। ਅਦਰਵਾਈਜ਼ ਜੇ ਕਿਤੇ ਖੇਤੀ ਬਿੱਲਾਂ ਨੂੰ ਚੈਲੰਜ ਕਿਸਾਨਾਂ ਨੇ ਨਾ ਕੀਤਾ ਹੁੰਦਾ ਤਾਂ ਹੁਣ ਨੂੰ ਇਹ ਕਾਨੂੰਨ ਆ ਜਾਣੇ ਸੀ। ਮੈਂ ਵਿਸ਼ੇਸ਼ ਤੌਰ ਤੇ ਕਹਿ ਕੇ ਆਇਆ ਸੀ ਅੰਦੋਲਨ 'ਚ ਵੀ, ਮੈਂ ਪੜ੍ਹਿਆ ਸੀ ਸ਼ਰਮਾ ਜੀ ਦੇ ਇਸ ਤਰ੍ਹਾਂ ਦੇ ਆਰਟੀਕਲ ਕਿ ਆਉਣ ਵਾਲੇ ਸਮੇਂ 'ਚ ਭਾਈ ਤੁਸੀਂ ਆਪਦਾ ਸਰੋਂ ਦਾ ਤੇਲ ਕੱਢ ਕੇ ਘਰੇ ਵੀ ਨਹੀਂ ਵਰਤ ਸਕੋਗੇ, ਤੇਲਾਂ ਦਾ ਤੇਲ ਘਰੇ ਨਹੀਂ ਵਰਤ ਸਕੋਗੇ, ਮੂੰਗਫਲੀ ਦਾ ਤੇਲ ਘਰੇ ਨਹੀਂ ਵਰਤ ਸਕੋਗੇ। ਸੋ ਉਹਦੇ ਨਾਲ ਉਹ ਤੁਹਾਨੂੰ ਪਰ ਬੋਤਲ ਖਰੀਦਣਾ ਹੀ ਪਏਗਾ। ਜਿਵੇਂ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਸਰੋਂ ਦੇ ਤੇਲ ਦੀ ਜਿਵੇਂ ਕੀਮਤ ਵੱਧ ਗਈ, ਸਿੰਪਲੀ ਕੀ ਹੋਏਗਾ ਕਿ ਸਾਰਾ ਅਨਾਜ ਜਦੋਂ ਕਿਸੇ ਨੇ ਖਰੀਦ ਲਿਆ, ਤੁਹਾਨੂੰ ਵੇਚਣਾ ਪੈ ਗਿਆ। ਉਹ ਨਿਯਮ ਵੀ ਹੋ ਸਕਦੇ ਨੇ, ਉਹ ਆਰਥਿਕ ਮਜਬੂਰੀ ਵੀ ਹੋ ਸਕਦੀ ਹੈ। ਮਤਲਬ ਜਿਹੜਾ ਕਿਸਾਨ ਹੈ ਸਾਡਾ ਨਾ, ਜੇ ਆਪਾਂ ਕਹੀਏ ਨਿਯਮ ਆਪਦੀ ਥਾਂ ਤੇ ਕਿ ਉਹ ਬਹੁਤ ਸਾਰਾ ਅਨਾਜ ਨਹੀਂ ਰੱਖ ਸਕਦਾ, ਪਰ ਉਹਦਾ ਆਰਥਿਕ ਸਿਸਟਮ ਵੀ ਇਦਾਂ ਦਾ ਹੈ ਕਿ ਉਹ ਬਹੁਤ ਸਾਰਾ ਅਨਾਜ ਆਪਦਾ ਹੋਲਡ ਨਹੀਂ ਕਰ ਸਕਦਾ, ਉਹਦੀ ਸਮਰੱਥਾ ਨਹੀਂ, ਉਹਨੂੰ ਆਪਣੇ ਘਰ ਦੀ ਕਬੀਲਦਾਰੀ ਚਲਾਉਣ ਲਈ ਉਹ ਅਨਾਜ ਵੇਚਣਾ ਹੀ ਪੈਣਾ ਹੈ। ਉਹਦੀ ਇਹ ਕੈਪੈਸਿਟੀ ਨਹੀਂ ਹੈਗਾ ਕਿ ਜੇ ਅੱਜ ਉਹਨੂੰ ਅਨਾਜ ਦੇ ਠੀਕ ਦਾਮ ਨਾ ਮਿਲਣ ਕਿ ਉਹ ਆਪਣਾ ਅਨਾਜ ਘਰ ਲੈ ਜੇ ਤੇ ਘਰ ਸੰਭਾਲ ਲੇ। ਉਹਦਾ ਲਾਸ ਇੰਨਾ ਹੋ ਜਾਣਾ ਇਸ ਅਨਾਜ ਸੰਭਾਲਣ ਤੇ ਖਰਚਾ, ਤੇ ਅਨਾਜ ਦਾ ਜਿਹੜਾ ਖਰਾਬ ਹੋਣਾ, ਚੂਹੇ ਖਰਾਬ ਕਰ ਸਕਦੇ ਨੇ, ਜਾਨਵਰ ਖਰਾਬ ਕਰ ਸਕਦੇ ਨੇ, ਭਿੱਜ ਕੇ ਖਰਾਬ ਹੋ ਸਕਦਾ ਹੈ, ਸਟੋਰ ਕਰਨ ਦੀ ਉਹਦੀ ਕੈਪੈਸਿਟੀ ਨਹੀਂ ਹੈ। ਸੋ ਉਸ ਕਿਸਮ ਨਾਲ ਉਹ ਇਸ ਤਰ੍ਹਾਂ ਫਸ ਜਾਂਦਾ ਹੈ ਕਿ ਉਹ ਸਾਰਾ ਇਸ ਮੱਕੜ ਜਾਲ 'ਚ ਫਸ ਕੇ ਰਹਿ ਜਾਂਦਾ ਹੈ, ਤੇ ਇਹ ਜਾਲ 'ਚ ਫਸ ਕੇ ਉਹਦੇ ਕੋਲੇ ਕੋਈ ਹੋਰ ਹੱਲ ਨਹੀਂ ਰਹਿ ਜਾਂਦਾ। ਸੋ ਦਵਿੰਦਰ ਸ਼ਰਮਾ ਜੀ ਨੇ ਬਾਖੂਬੀ ਜਿਹੜੇ ਕਿਸਾਨ ਦੇ ਸਹਿ ਧੰਦੇ ਨੇ, ਸਿੱਧਾ ਕਿਸਾਨੀ ਦੀ ਉਤਪਾਦਨ ਵਾਲੇ ਧੰਦੇ ਤੇ ਜਿਹੜਾ ਮੁਨਾਫੇ ਤੇ ਬਾਹਰ ਹੋ ਚੁੱਕਿਆ, ਉਹ ਬੜੀ ਮੁਸ਼ਕਲ ਨਾਲ ਇਹ ਰੁਕੇ ਨੇ ਹਾਲ ਦੀ ਘੜੀ ਕਾਨੂੰਨ। ਉਹ ਕਿਸੇ ਰੂਪ 'ਚ ਹੋਰ ਵੀ ਆ ਸਕਦੇ ਨੇ, ਔਰ ਬਾਰ-ਬਾਰ ਬੀਜੇਪੀ ਕਿਸਾਨਾਂ ਨੂੰ ਇਹ ਕਹਿ ਰਹੀ ਹੈ ਕਿ ਅਸੀਂ ਇਹਨੂੰ ਕਿਸੇ ਨਵੇਂ ਰੂਪ 'ਚ ਲੈ ਕੇ ਆਵਾਂਗੇ, ਔਰ ਬਾਰ-ਬਾਰ ਉਹ ਇਹ ਕਹਿ ਰਹੇ ਨੇ ਕਿ ਕਿਸਾਨਾਂ ਦੀ ਸਮਝ 'ਚ ਨਹੀਂ ਆਏ, ਨਿਯਮ ਤਾਂ ਅੱਛੇ ਸੀ, ਦੂਸਰਾ ਪੈਂਤੜਾ ਕਿ ਅਸੀਂ ਹੋਰ ਰੂਪ 'ਚ ਲੈ ਕੇ ਆਵਾਂਗੇ। ਸੋ ਇਹਦਾ ਅਰਥ ਇਹ ਹੈ ਕਿ ਸਰਕਾਰਾਂ ਨੇ ਜਿਹੜੀਆਂ ਉਹ ਕਾਰਪੋਰੇਟ ਜਿਹੜਾ ਸਿਸਟਮ ਹੈ ਉਹਦੇ ਅਧੀਨ ਆ ਗਈਆਂ ਨੇ, ਉਹਨਾਂ ਤੋਂ ਬਹੁਤ ਮੋਟਾ ਪੈਸਾ ਸਿੱਧੇ ਜਾਂ ਸਿੱਧੇ ਰੂਪ 'ਚ ਲੈਂਦੀਆਂ ਨੇ, ਤੇ ਉਹਨਾਂ ਦੀਆਂ ਨੀਤੀਆਂ ਨੂੰ ਮੰਨ ਕੇ ਚੱਲਣਗੀਆਂ। ਆਉਣ ਵਾਲੇ ਸਮੇਂ 'ਚ ਇਹ ਇੱਕ ਪੱਖ ਦੱਸਿਆ ਉਹਨਾਂ ਨੇ, ਉਹਦਾ ਵੀ ਚਰਚਾ ਹੈ ਕਿ ਆਉਣ ਵਾਲੇ ਸਮੇਂ 'ਚ ਮਜ਼ਦੂਰੀ ਨਾਲ ਸੰਬੰਧਿਤ ਕਾਨੂੰਨ ਆ ਵੀ ਰਹੇ ਨੇ, ਔਰ ਕੁਝ ਪਾਸ ਵੀ ਹੋ ਗਏ, ਕੁਝ ਪੈਂਡਿੰਗ ਪਏ ਨੇ ਜਿਹੜੇ ਉਹ ਪਾਸ ਵੀ ਹੋ ਗਏ, ਅਜੇ ਉਹ ਲਾਗੂ ਨਹੀਂ ਹੋਏ ਜਾਂ ਹੋ ਜਾਣਗੇ। ਉਹ ਵੀ ਬਹੁਤ ਮਾਰੂ ਨੇ। ਅਲਟੀਮੇਟਲੀ ਇਹ ਕੁੱਲ ਜੇ ਕਹੀਏ ਕਿ ਮੁੜਕੁੜ ਆਪਣਿਆਂ ਨੂੰ ਦੇਣ ਵਾਲੀ ਗੱਲ ਹੈ। ਸਾਰਾ ਘੁੰਮ ਕੇ, ਜਿਵੇਂ ਆਪਾਂ ਕਹਿੰਦੇ ਨਾ ਨਦੀਆਂ ਨਾਲਿਆਂ ਦਾ ਪਾਣੀ ਸਮੁੰਦਰ 'ਚ ਜਾਂਦਾ ਹੈ, ਤਾਂ ਸਾਰੇ ਜਿਹੜੇ ਫਾਇਦੇ ਨੇ ਉਹ ਘੁੰਮ ਕੇ ਕਾਰਪੋਰੇਟ ਵਰਲਡ ਕੋਲ ਚਲੇ ਜਾਂਦੇ ਨੇ। ਕਿ ਖੇਤੀ ਦੇ ਵਿੱਚ ਐਡਾ ਵੱਡਾ ਬਿਜ਼ਨਸ ਹੈ, ਕਾਰਪੋਰੇਟ ਹਾਊਸ ਇਹਨੇ ਕਾਲ 'ਚ ਨਹੀਂ ਉਹ ਖੇਤੀ ਨੂੰ ਆਪਣੇ ਅੰਡਰ ਕਰਨ ਲਈ। ਦੇਖੋ, ਮੈਂ ਤੁਹਾਨੂੰ ਇੱਕ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਇਹ ਵਕਤ ਦਾ ਤਕਾਜ਼ਾ ਹੁੰਦਾ ਹੈ। ਇੱਕ ਸਮਾਂ ਸੀ ਕਾਰਪੋਰੇਟ ਘਰਾਣਿਆਂ ਨੇ ਤੇ ਵੱਡੇ ਜਿਹੜੇ ਵਪਾਰੀ ਦੇਸ਼ ਸੀ, ਵਿਕਸਿਤ ਦੇਸ਼ ਕਹਿ ਲੈਂਦੇ, ਚਾਹੇ ਰਸ਼ੀਆ ਸੀ ਚਾਹੇ ਉਹ ਅਮਰੀਕਾ ਸੀ, ਉਦੋਂ ਉਹਨਾਂ ਦਾ ਕੰਮ ਸੀ ਕਿ ਅਸੀਂ ਹਥਿਆਰ ਵੇਚ ਪੈਸੇ ਕਮਾਉਣੇ ਨੇ। ਆਰਟੀਫਿਸ਼ਲ ਸਭ ਦੀਆਂ ਲੜਾਈਆਂ ਕਰਾ ਕੇ ਸਭ ਨੂੰ ਇੱਕ ਡਰ ਪੈਦਾ ਕੀਤਾ ਕਿ ਤੁਸੀਂ ਆਪਣੇ ਕੋਲ ਹਥਿਆਰ ਰੱਖੋ। ਉਹ ਵੀ ਅਸੀਂ ਆਹ ਜਹਾਜ਼ ਖਰੀਦ ਲਏ, ਅਸੀਂ ਆਹ ਇਸ ਤਰ੍ਹਾਂ ਦੇ ਰਾਕਟ ਖਰੀਦ ਲਏ, ਅਸੀਂ ਆਹ ਮਜਾਇਲਾਂ ਖਰੀਦ ਲਈਆਂ। ਉਦੋਂ ਉਹਨਾਂ ਦਾ ਉਹ ਧੰਦਾ ਵਿਕੀ ਗਿਆ, ਉਹਦੇ ਵਿੱਚ ਸੈਚੂਰੇਸ਼ਨ ਆ ਗਈ। ਫਿਰ ਕੁਛ ਟੈਕਨੋਲੋਜੀ ਤੇ ਮਸ਼ੀਨਰੀ ਵੇਚੀ, ਉਹਦੇ 'ਚ ਕੁਛ ਨਾ ਕੁਛ ਉਹ ਲੈਵਲ ਸੈਚੂਰੇਸ਼ਨ ਤੇ ਆ ਗਿਆ।
ਹੁਣ ਕਾਰਪੋਰੇਟ ਘਰਾਣਿਆਂ ਦਾ ਫੋਕਸ ਇਸ ਗੱਲ ਤੇ ਹੈ ਕਿ ਰਿਟੇਲ ਤੇ ਫੋਕਸ ਕੀਤਾ ਜਾਵੇ। ਰਿਟੇਲ ਦੇ ਵਿੱਚ ਕੀ ਹੈ ਕਿ ਜਿਹੜੇ ਛੋਟੇ ਵਪਾਰੀ ਅੱਗੇ ਹੁੰਦਾ ਸੀ ਨਾ ਕਿ ਪਹਿਲਾਂ ਜਿਹੜੇ ਕੋਈ ਚੀਜ਼ ਪੈਦਾ ਕਰਦੀ ਹੈ ਉਹ ਅਸੀਂ ਕਹਿੰਦੇ ਹਾਂ ਕਿ ਇੱਕ ਹੋਲਸੇਲ ਦਾ ਧੰਦਾ ਹੈ, ਉਹ ਬੰਦਾ ਵੱਡੀ ਪੱਧਰ ਤੇ ਵੱਡੀ ਮਾਤਰਾ 'ਚ ਖਰੀਦਦਾ ਹੈ, ਫਿਰ ਉਹ ਛੋਟੀ ਮਾਤਰਾ ਵਾਲਿਆਂ ਨੂੰ ਦਿੰਦਾ ਹੈ। ਇਹਦੇ ਵਿੱਚ ਮਤਲਬ ਉੱਥੇ ਜਿੰਨੇ ਚੈਨਲ ਬਣਨਗੇ ਉਹ ਮੁਨਾਫੇ ਦਾ ਕੁਝ ਸ਼ੇਅਰ ਉੱਥੇ ਬਚੇਗਾ। ਪਰੰਤੂ ਕਾਰਪੋਰੇਟ ਵਰਲਡ ਕੀ ਸੋਚ ਰਿਹਾ ਹੈ ਕਿ ਰਿਟੇਲ ਵਾਲਿਆਂ ਨੂੰ ਸਿੱਧਾ ਵਿੱਚੋਂ ਹੀ ਕੱਢ ਦਈਏ, ਰਿਟੇਲ 'ਚ ਵੀ ਅਸੀਂ ਖੁਦ ਕਰੀਏ ਸਾਰਾ ਕੰਮ, ਤਾਂ ਕਿ ਜਿਹੜਾ ਉੱਥੇ ਮੁਨਾਫਾ ਜਾਂਦਾ ਹੈ ਵੱਖ-ਵੱਖ ਸੈਂਟਰਾਂ ਦੇ, ਉਹ ਮੁਨਾਫਾ ਵੀ ਕਾਰਪੋਰੇਟ ਵਰਲਡ ਖੁਦ ਰੱਖੇ। ਉਹ ਮੁਨਾਫਾ ਰੱਖ ਕੇ ਕਾਰਪੋਰੇਟ ਵਰਲਡ ਕਰੇਗਾ ਕੀ? ਜੇ ਆਪਾਂ ਇਹਨੂੰ ਅੰਦਾਜ਼ਾ ਲਗਾਈਏ ਨਾ ਕਿ ਜਿਹੜੇ ਵਪਾਰੀ ਨੇ ਉਹ ਪੈਸੇ ਦਾ ਕੀ ਕਰਨਗੇ ਇੰਨਾ ਪੈਸਾ ਕਮਾ ਕੇ, ਮਤਲਬ ਜੇ ਸਰਕਾਰਾਂ ਉਹਨਾਂ ਨਾਲ ਨਹੀਂ, ਫਿਰ ਤਾਂ ਜਿਹੜੀ ਲਾਅ ਐਂਡ ਆਰਡਰ ਦੀ ਕਾਨੂੰਨ ਵਿਵਸਥਾ ਜਿਹੜੀ ਖਰਾਬ ਹੋ ਗਈ ਜਦੋਂ, ਤੇ ਫਿਰ ਉਹ ਔਖੇ ਹੋਣਗੇ। ਉਹ ਇਸੇ ਪੈਸੇ ਨਾਲ ਸਰਕਾਰਾਂ ਨੂੰ ਡੋਨੇਸ਼ਨ ਦੇ ਕੇ ਸਰਕਾਰਾਂ ਨੂੰ ਆਪਣੇ ਪੱਖ 'ਚ ਰੱਖਦੇ ਨੇ। ਇੱਕ ਤਾਂ ਨਿਯਮ ਸਰਕਾਰਾਂ ਉੱਦਾਂ ਦੇ ਬਣਾਉਣ, ਦੂਸਰਾ ਅਲਟੀਮੇਟਲੀ ਜਿਹੜੀ ਸਰਕਾਰ ਦੇ ਖਿਲਾਫ ਬਗਾਵਤ ਹੈ, ਪਹਿਲਾਂ ਸਰਕਾਰ ਦੇ ਜਿਹੜੇ ਐਦਾਂ ਦੇ ਨਿਯਮ ਸਾਨੂੰ ਸੂਟ ਨਹੀਂ ਸੀ ਕਰਦੇ, ਅਸੀਂ ਉਹਨਾਂ ਦੀ ਗੱਲ ਕਰਦੇ ਸੀ। ਸਾਨੂੰ ਡੈਮੋਕ੍ਰੇਸੀ ਵਾਲੇ ਇਹਨਾਂ ਗੱਲਾਂ 'ਚ ਅਸੀਂ ਉਲਝ ਜਾਂਦੇ ਸੀ ਕਿ ਜੀ ਸਾਨੂੰ ਬੋਲਣ ਦਾ ਅਧਿਕਾਰ ਨਹੀਂ, ਸਾਨੂੰ ਲਿਖਣ ਦਾ ਅਧਿਕਾਰ ਨਹੀਂ। ਪਰੰਤੂ ਹੁਣ ਆ ਕੇ ਤਾਂ ਇਹ ਆ ਗਿਆ ਕਿ ਨਾ ਸਾਨੂੰ ਚੰਗੀ ਹਵਾ ਲੈਣ ਦਾ ਅਧਿਕਾਰ ਹੈ, ਨਾ ਸਾਨੂੰ ਸ਼ੁੱਧ ਪਾਣੀ ਪੀਣ ਦਾ ਅਧਿਕਾਰ ਹੈ, ਨਾ ਸਾਨੂੰ ਸ਼ੁੱਧ ਦੁੱਧ ਪੀਣ ਦਾ ਅਧਿਕਾਰ ਹੈ, ਨਾ ਸਾਨੂੰ ਸਸਤੇ ਰੇਟ ਤੇ ਜਿੰਨੇ ਕੁ ਅਸੀਂ ਖਾ ਸਕੀਏ ਸਾਨੂੰ ਆਟਾ ਮਿਲਦਾ ਹੈ। ਇਹਦਾ ਮਤਲਬ ਤਾਂ ਜਿਉਣ ਦਾ ਅਧਿਕਾਰ ਨਹੀਂ। ਜਦੋਂ ਇਸ ਤਰ੍ਹਾਂ ਦੇ ਰੌਲੇ ਪੈਂਦੇ ਨੇ, ਜਦੋਂ ਇਸ ਤਰ੍ਹਾਂ ਦੇ ਮੁੱਦੇ ਖੜੇ ਹੋਣਗੇ, ਫਿਰ ਲਾਅ ਐਂਡ ਆਰਡਰ ਦੀ ਸਮੱਸਿਆ ਬਹੁਤ ਵੱਡੀ ਬਣੇਗੀ। ਤੇ ਜਿਹੜੀ ਉਹ ਸਮੱਸਿਆ ਵੱਡੀ ਬਣੇਗੀ, ਸਰਕਾਰੀ ਮਸ਼ੀਨਰੀ ਨਾਲ ਸਰਕਾਰ ਕੰਟਰੋਲ ਤਦ ਕਰੇਗੀ ਜੇਕਰ ਉਸ ਨੂੰ ਇੰਨਾ ਫੰਡਿੰਗ ਹੈ ਜਿਹੜੀ ਉਹ ਕਾਰਪੋਰੇਟ ਘਰਾਣੇ ਕਰਨਗੇ। ਤੇ ਜੇ ਉਹ ਕਰਨਗੇ ਤਾਂ ਉਹਦੇ ਬਦਲੇ 'ਚ ਸਰਕਾਰ ਤੋਂ ਕੀ ਲੈਣਗੇ, ਇਹ ਗੱਲ ਸਾਫ਼ ਹੈ। ਸੋ ਮੋਟੇ ਰੂਪ 'ਚ ਆਪਾਂ ਇਹ ਕਹੀਏ ਕਿ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀ ਪਹਿਲਾਂ ਅਸੀਂ ਇਹਨੂੰ ਕਹਿੰਦੇ ਸੀ ਕਿ ਹਿੱਸੇਦਾਰੀ ਹੈ, ਹੁਣ ਇਹ ਹਿੱਸੇਦਾਰੀ ਨਾ ਬਣ ਕੇ ਕਾਰਪੋਰੇਟ ਵਪਾਰ ਦੇ ਵਿੱਚ ਜਿਹੜੇ ਸਿਆਸੀ ਲੋਕ ਜਾ ਵੜਦੇ ਨੇ ਤੇ ਜਿਹੜੇ ਕਾਰਪੋਰੇਟ ਵਪਾਰੀ ਨੇ ਉਹ ਸਿਆਸਤ 'ਚ ਆ ਜਾਂਦੇ ਨੇ। ਹੁਣ ਇਹ ਜੇ ਆਪਾਂ ਕਹੀਏ ਇਹ ਮਿਲਗੋਭਾ ਨਹੀਂ ਰਿਹਾ, ਹੁਣ ਇਹ ਦੋਨੇ ਇੱਕ ਧੰਦਾ ਜਾਂ ਇੱਕ ਦੂਜੇ ਦਾ ਸਹਿ ਧੰਦਾ ਬਣ ਗਏ ਨੇ। ਸੋ ਇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਹ ਵੱਡਾ ਚੈਲੰਜ ਹੈ। ਸ਼ਰਮਾ ਜੀ ਨੇ ਲੋਕਾਂ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ 'ਚ ਕਿੰਨਾ ਕੁ ਕਰ ਪਾਉਣਗੇ ਲੋਕ, ਕਿੰਨੀ ਕੁ ਗੱਲ ਫੜ ਸਕਣਗੇ। ਪਰੰਤੂ ਸਾਡੇ ਵਰਗੇ ਮੁਲਕ 'ਚ ਜਿਹੜੇ ਗਰੀਬ ਮੁਲਕ ਨੇ, ਇਹ ਬਹੁਤ ਵੱਡਾ ਚੈਲੰਜ ਹੈ। ਜੇ ਇੱਧਰ ਨੂੰ ਗੱਲ ਤੁਰ ਪੈਂਦੀ ਹੈ ਤੇ ਅੰਦੋਲਨ ਵੀ ਖੜੇ ਹੁੰਦੇ ਨੇ, ਤਾਂ ਉਹਨੂੰ ਕੰਟਰੋਲ ਕਰਨਾ ਆਪਦੇ ਆਪ 'ਚ ਇੱਕ ਵੱਡਾ ਚੈਲੰਜ ਹੋਏਗਾ। ਸਿਵਲ ਵਾਰ ਵਰਗੀ ਪੋਜੀਸ਼ਨ ਹੋਏਗੀ ਜਿਸ ਦੇ ਵਿੱਚ ਮਾਲੀ ਵੀ ਜਾਨੀ ਵੀ ਬਹੁਤ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਜੀ ਬਿਲਕੁਲ ਖਦਸ਼ਾ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਉਸ ਆਰਟੀਕਲ ਦੇ ਅਸੀਂ ਮਾਇਨੇ ਸਮਝੇ, ਕਿਉਂਕਿ ਬੜਾ ਜ਼ਰੂਰੀ ਸੀ। ਤਿੰਨ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਕਿਉਂਕਿ ਬੀਜੇਪੀ ਸਰਕਾਰ ਧਾਲੀਵਾਲ ਸਾਹਿਬ ਨੇ ਦੱਸਿਆ ਲਗਾਤਾਰ ਉਹ ਗੱਲ ਕਹਿੰਦੇ ਨੇ ਕਿ ਅਸੀਂ ਕਿਸੇ ਹੋਰ ਰੂਪ ਦੇ ਵਿੱਚ, ਹੋਰ ਬਦਲ ਦੇ ਵਿੱਚ ਤਿੰਨੋਂ ਖੇਤੀ ਕਾਨੂੰਨ ਲੈ ਕੇ ਆਉਣੇ ਨੇ। ਖੇਤੀ ਕਾਨੂੰਨਾਂ ਤੋਂ ਇਲਾਵਾ ਜੋ ਆਮ ਕਿਸਾਨ ਨੇ, ਛੋਟੇ ਕਿਸਾਨ ਨੇ ਜਾਂ ਵੱਡੇ ਕਿਸਾਨ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮੱਸਿਆਵਾਂ ਆ ਸਕਦੀਆਂ ਨੇ, ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ ਹੋਇਆ। ਤੇ ਹੋਰ ਵੀ ਇਹੋ ਜਿਹੀਆਂ ਜੋ ਇਨਫੋਰਮੇਸ਼ਨ ਹੋਊਗੀ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।